ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ। ਅੱਜ ਦੇ ਲੈਕਚਰ ਦੇ ਵਿੱਚ ਅਸੀਂ ਰੈਡਕਿਲ ਬਰਾਊਨ ਦਾ ਸਮਾਜਿਕ ਸੰਰਚਨਾ ਦਾ ਸਿਧਾਂਤ ਥਿਊਰੀ ਆਫ ਸੋਸ਼ਲ ਸਟਰਕਚਰ ਡਿਸਕਸ ਕਰਾਂਗੇ। ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕੁਐਸਟ ਹੈ, ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੈਕਚਰ ਜਿਹੜੇ ਨੇ ਉਹ ਆਪਣੀ ਕਲਾਸਮੇਟਸ ਅਤੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ। ਹਾਂਜੀ, ਸਮਾਜਿਕ ਸੰਰਚਨਾ ਦਾ ਸਿਧਾਂਤ ਜਿਹੜਾ ਰੈਡਕਿਲ ਬਰਾਊਨ ਨੇ ਦਿੱਤਾ ਹੈ। ਰੈਡਕਿਲ ਬਰਾਊਨ ਨੇ 1952 ਦੇ ਵਿੱਚ ਆਪਣੀ ਬੁੱਕ ਸਟਰਕਚਰ ਐਂਡ ਫੰਕਸ਼ਨ ਆਫ ਪ੍ਰਿਮਿਟਿਵ ਸੋਸਾਇਟੀ ਦੇ ਵਿੱਚ ਸਮਾਜਿਕ ਸੰਰਚਨਾ ਦੇ ਸਿਧਾਂਤ ਬਾਰੇ ਗੱਲ ਕੀਤੀ ਹੈ। ਰੈਡਕਿਲ ਬਰਾਊਨ ਦੱਸਦਾ ਹੈ ਕਿ ਸਮਾਜਿਕ ਸੰਰਚਨਾ ਦੇ ਅੰਗ ਮਨੁੱਖ ਹੀ ਹਨ ਅਤੇ ਖੁਦ ਸੰਰਚਨਾ ਸੰਸਥਾਪਕ ਰੂਪ ਵਿੱਚ ਪਰਿਭਾਸ਼ਿਤ ਅਤੇ ਨਿਯਮਤ ਸੰਬੰਧਾਂ ਦੇ ਅੰਤਰਗਤ ਵਿਅਕਤੀਆਂ ਦਾ ਇੱਕ ਵਿਵਸਥਿਤ ਰੂਪ ਜਾਂ ਕ੍ਰਮਬੱਧਤਾ ਹੈ। ਭਾਵ ਰੈਡਕਿਲ ਬਰਾਊਨ ਕਹਿੰਦਾ ਹੈ ਕਿ ਸਮਾਜਿਕ ਸੰਰਚਨਾ ਨੂੰ ਬਣਾਉਣ ਵਾਲੇ ਮਨੁੱਖ ਹੀ ਨੇ। ਮਨੁੱਖ ਜਦੋਂ ਆਪ ਇੱਕ ਸੰਸਥਾਪਕ ਦੇ ਰੂਪ ਵਿੱਚ ਆਪਣੇ ਆਪ ਨੂੰ ਪਰਿਭਾਸ਼ਿਤ ਕਰਦੇ ਨੇ, ਉਹਨਾਂ ਦੇ ਆਪਸ ਦੇ ਵਿੱਚ ਨਿਯਮਿਤ ਸੰਬੰਧ ਹੁੰਦੇ ਨੇ ਅਤੇ ਉਹ ਇੱਕ ਵਿਵਸਥਿਤ ਜਾਂ ਕ੍ਰਮਬੱਧ ਸਮਾਜ ਦੀ ਸਥਾਪਨਾ ਕਰਦੇ ਨੇ। ਉਸ ਨੂੰ ਹੀ ਸਮਾਜਿਕ ਸੰਰਚਨਾ ਕਿਹਾ ਜਾਂਦਾ ਹੈ। ਰੈਡਕਿਲ ਬਰਾਊਨ ਦੇ ਅਨੁਸਾਰ ਸਮਾਜ ਦੇ ਨਿਰੀਖਣ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ। ਇਸ ਜਾਲ ਨੂੰ ਮਨੁੱਖ ਖੁਦ ਬਣਾਉਂਦਾ ਹੈ। ਇਹਨਾਂ ਸੰਬੰਧਾਂ ਦੇ ਜਾਲ ਨੂੰ ਬਣਾਈ ਰੱਖਣ ਦੇ ਲਈ ਹਰੇਕ ਸਮਾਜ ਵਿੱਚ ਵਿਵਹਾਰ ਦੇ ਕੁਝ ਨਿਯਮ ਹੁੰਦੇ ਹਨ। ਜਦੋਂ ਵਿਅਕਤੀ ਇਹਨਾਂ ਸੰਸਥਾਗਤ ਨਿਯਮਾਂ ਦੇ ਅਨੁਸਾਰ ਵਰਤਾਓ ਕਰਦਾ ਹੈ ਤਾਂ ਵੱਖ-ਵੱਖ ਵਿਅਕਤੀਆਂ ਵਿੱਚ ਆਪਸੀ ਸੰਬੰਧ ਜ਼ਿਆਦਾ ਸਪਸ਼ਟ ਅਤੇ ਨਿਯਮਤ ਹੋ ਜਾਂਦੇ ਹਨ। ਇਸ ਤਰ੍ਹਾਂ ਹਰੇਕ ਵਿਅਕਤੀ ਇੱਕ ਵਿਵਸਥਾ ਦੇ ਅਨੁਸਾਰ ਵਰਤਾਓ ਕਰਦਾ ਹੈ। ਸਮਾਜ ਦੇ ਇਸ ਵਿਅਕਤੀਗਤ ਰੂਪ ਨੂੰ ਹੀ ਬਰਾਊਨ ਨੇ ਸਮਾਜਿਕ ਸੰਰਚਨਾ ਦਾ ਨਾਂ ਦਿੱਤਾ ਹੈ। ਬਰਾਊਨ ਦੇ ਅਨੁਸਾਰ ਅਸੀਂ ਇੱਕ ਇਮਾਰਤ ਦੀ ਉਦਾਹਰਨ ਦੇ ਕੇ ਇਸ ਨੂੰ ਹੋਰ ਜ਼ਿਆਦਾ ਸਪਸ਼ਟ ਸ਼ਬਦਾਂ ਵਿੱਚ ਸਮਝ ਸਕਦੇ ਹਾਂ। ਜਿਵੇਂ ਇੱਕ ਇਮਾਰਤ ਦਾ ਨਿਰਮਾਣ ਲਈ ਸਿਰਫ ਇੱਟਾਂ ਅਤੇ ਸੀਮੈਂਟ ਅਤੇ ਹੋਰ ਪਦਾਰਥਾਂ ਦਾ ਸਿਰਫ ਇੱਕ ਢੇਰ ਹੀ ਨਹੀਂ ਹੈ। ਇਹ ਵਿਵਸਥਾ ਹੀ ਭਵਨ ਨੂੰ ਇੱਕ ਆਕਾਰ ਦਿੰਦੀ ਹੈ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜੇਕਰ ਇੱਕ ਇੱਟਾਂ ਦਾ ਢੇਰ, ਸੀਮੈਂਟ ਅਤੇ ਹੋਰ ਸਮਾਨ ਪਿਆ ਤਾਂ ਅਸੀਂ ਉਸ ਨੂੰ ਬਿਲਡਿੰਗ ਨਹੀਂ ਕਹਿ ਸਕਦੇ। ਜਦੋਂ ਇਸ ਨੂੰ ਇੱਕ ਵਿਵਸਥਿਤ ਆਕਾਰ ਮਿਲ ਜਾਂਦਾ ਹੈ ਤਾਂ ਹੀ ਉਸ ਨੂੰ ਅਸੀਂ ਬਿਲਡਿੰਗ ਕਹਿੰਦੇ ਹਾਂ। ਇਸੇ ਤਰ੍ਹਾਂ ਸਮਾਜ ਵਿਅਕਤੀਆਂ ਦਾ ਸਿਰਫ ਇੱਕ ਸਮੂਹ ਜਿਹਾ ਨਹੀਂ ਹੈ। ਇਸ ਵਿੱਚ ਹਰੇਕ ਵਿਅਕਤੀ ਵੱਖ-ਵੱਖ ਸੰਬੰਧਾਂ ਰਾਹੀਂ ਦੂਜੇ ਵਿਅਕਤੀਆਂ ਨਾਲ ਜੁੜਿਆ ਹੁੰਦਾ ਹੈ ਅਤੇ ਨਿਯਮਤ ਅੰਤਰ ਸੰਬੰਧ ਸਮਾਜਿਕ ਸੰਰਚਨਾ ਦੇ ਮੁੱਖ ਤੌਰ 'ਤੇ ਆਧਾਰ ਹਨ। ਇਸ ਧਾਰਨਾ ਨੂੰ ਹੋਰ ਸਪਸ਼ਟ ਕਰਨ ਦੇ ਲਈ ਬਰਾਊਨ ਨੇ ਆਸਟ੍ਰੇਲੀਆ ਅਤੇ ਅਫਰੀਕਾ ਦੇ ਜਨਜਾਤੀ ਸਮਾਜਾਂ ਦੀਆਂ ਉਦਾਹਰਨਾਂ ਦਿੱਤੀਆਂ ਹਨ। UGC ਨੈਟ ਦੇ ਵਿੱਚ ਪੇਪਰ ਦੇ ਵਿੱਚ ਵੀ ਪੁੱਛਿਆ ਜਾਂਦਾ ਕਿ ਰੈਡਕਿਲ ਬਰਾਊਨ ਦਾ ਫੀਲਡ ਵਰਕ ਕਿੱਥੋਂ ਦਾ ਸੀ। ਰੈਡਕਿਲ ਬਰਾਊਨ ਨੇ ਆਸਟ੍ਰੇਲੀਆ ਅਤੇ ਅਫਰੀਕਾ ਦੀ ਜਨਜਾਤੀ, ਆਸਟ੍ਰੇਲੀਆ ਅਤੇ ਅਫਰੀਕਾ ਦੀ ਟਰਾਈਬਲ ਸੁਸਾਇਟੀ ਨੂੰ ਸਟੱਡੀ ਕੀਤਾ ਹੈ। ਇਹਨਾਂ ਸਮਾਜਾਂ ਵਿੱਚ ਰਿਸ਼ਤੇਦਾਰੀ ਸੰਬੰਧ ਸਮਾਜਿਕ ਵਿਵਸਥਾ ਦੇ ਮੁੱਖ ਆਧਾਰ ਹਨ। ਰਿਸ਼ਤੇਦਾਰੀ ਵਿਵਸਥਾ ਦੇ ਅੰਤਰਗਤ ਹਰੇਕ ਵਿਅਕਤੀ ਦਾ ਵਿਸ਼ੇਸ਼ ਸਥਾਨ ਹੈ ਅਤੇ ਉਹ ਇਸ ਸਥਾਨ ਦੇ ਅਨੁਸਾਰ ਸਮਾਜ ਦੇ ਹੋਰ ਵਿਅਕਤੀਆਂ ਦੇ ਨਾਲ ਵਰਤਾਓ ਕਰਦਾ ਹੈ। ਇਹਨਾਂ ਜਨਜਾਤੀ ਸਮਾਜਾਂ ਵਿੱਚ ਇੱਕ ਦੂਜੇ ਨਾਲ ਬੰਝੇ ਹੋਏ ਵੱਖ-ਵੱਖ ਰਿਸ਼ਤੇਦਾਰ ਇੱਕ ਰਿਸ਼ਤੇਦਾਰੀ ਵਿਵਸਥਾ ਨੂੰ ਦਰਸਾਉਂਦੇ ਹਨ। ਇਸ ਤਰ੍ਹਾਂ ਬਰਾਊਨ ਦੇ ਅਨੁਸਾਰ ਰਿਸ਼ਤੇਦਾਰੀ ਵਿਵਸਥਾ ਵੱਖ-ਵੱਖ ਵਿਅਕਤੀਆਂ ਨੂੰ ਇੱਕ ਵਿਸ਼ੇਸ਼ ਢੰਗ ਨਾਲ ਬੰਨ੍ਹਦੀ ਹੈ। ਇਹ ਵਿਸ਼ਿਸ਼ਟ ਢੰਗ ਵੱਖ-ਵੱਖ ਸਮਾਜਿਕ ਸੰਰਚਨਾਵਾਂ ਵਿੱਚ
ਪਾਏ ਜਾਣ ਵਾਲੇ ਅੰਤਰ ਦਾ ਇੱਕ ਕਾਰਨ ਹੈ। ਰਿਸ਼ਤੇਦਾਰੀ ਤੋਂ ਇਲਾਵਾ ਹੋਰ ਕਈ ਉਪ ਸੰਰਚਨਾਵਾਂ ਹਨ ਜੋ ਕਿ ਸਮਾਜਿਕ ਸੰਰਚਨਾ ਦਾ ਨਿਰਮਾਣ ਕਰਦੀਆਂ ਹਨ। ਬਰਾਊਨ ਦੇ ਅਨੁਸਾਰ ਉਦਾਹਰਣ ਵਜੋਂ ਵਿਆਹ ਇੱਕ ਅਜਿਹੀ ਸੰਸਥਾ ਹੈ, ਮੈਰਿਜ ਇੱਕ ਅਜਿਹੀ ਸੰਸਥਾ ਹੈ ਜਿਹੜੀ ਵੱਖ-ਵੱਖ ਵਿਅਕਤੀਆਂ ਨੂੰ ਇੱਕ ਦੂਜੇ ਨਾਲ ਬੰਨ੍ਹਦੀ ਹੈ। ਉਦਾਹਰਣ ਵਜੋਂ ਦੱਖਣੀ ਅਫਰੀਕਾ ਦੀ ਥੋਂਗਾ ਅਤੇ ਬਾਟੂ ਜਨਜਾਤੀ ਵਿੱਚ ਵਿਆਹ ਦੇ ਸਮੇਂ ਬਹੁਤੀ ਜਾਣੀ ਕਿ ਲਾੜੀ ਮੁੱਲ ਦੇ ਰੂਪ ਵਿੱਚ ਪਸ਼ੂ, ਜਿਸ ਨੂੰ ਲਾਬੋਲਾ ਕਿਹਾ ਜਾਂਦਾ ਹੈ, ਦੇਣ ਦੀ ਪ੍ਰਥਾ ਹੈ। ਇਹ ਵੀ ਨੈਟ ਦੇ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਜਿਹੜੀ ਅਫਰੀਕਾ ਦੇ ਟਰਾਈਬ ਹੈਗੇ ਨੇ ਉਹਦੇ ਵਿੱਚ ਬਹੁਤੀ ਦੇ ਵਿਆਹ 'ਤੇ ਕੀ ਦੇਣ ਦਾ ਰਿਵਾਜ਼ ਹੈ ਦਾਜ ਦੇ ਵਿੱਚ, ਤਾਂ ਉਹਦਾ ਆਨਸਰ ਹੋਏਗਾ ਪਸ਼ੂ। ਇਸ ਪ੍ਰਥਾ ਨੂੰ ਕੀ ਕਿਹਾ ਜਾਂਦਾ ਹੈ? ਲਾਬੋਲਾ। ਲਾਬੋਲਾ ਨੂੰ ਇੱਕ ਇਕੱਠ ਕਰਨ ਵਿੱਚ ਇੱਕ ਵਿਅਕਤੀ ਦੇ ਸਾਰੇ ਰਿਸ਼ਤੇਦਾਰ ਉਸਦੀ ਧਨ ਨਾਲ ਮਦਦ ਕਰਦੇ ਹਨ। ਇਹ ਲਾਬੋਲਾ ਵਹੁਟੀ ਦੇ ਵਿਆਹ ਦੇ ਲਈ ਜਾਂ ਹੋਰ ਕਿਸੇ ਰਿਸ਼ਤੇਦਾਰ ਦੇ ਵਿਆਹ ਦੇ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਸ ਤਰ੍ਹਾਂ ਵਿਆਹ ਦੋ ਪਰਿਵਾਰਾਂ ਨੂੰ ਆਰਥਿਕ ਅਤੇ ਸਮਾਜਿਕ ਸੰਬੰਧਾਂ ਨਾਲ ਇੱਕ ਦੂਜੇ ਨਾਲ ਜੋੜਦਾ ਹੈ। ਇਹ ਸੰਸਥਾ ਸਾਰੇ ਰਿਸ਼ਤੇਦਾਰਾਂ ਨੂੰ ਵਿਸ਼ੇਸ਼ ਸਥਿਤੀ ਪ੍ਰਦਾਨ ਕਰਦੀ ਹੈ ਅਤੇ ਉਹਨਾਂ ਨੂੰ ਵਿਸ਼ੇਸ਼ ਸੰਬੰਧਾਂ ਰਾਹੀਂ ਇੱਕ ਦੂਜੇ ਨਾਲ ਬੰਨ੍ਹਦੀ ਹੈ ਅਤੇ ਇੱਕ ਦੂਜੇ ਦੀ ਮਦਦ ਕਰਨਾ ਸਿਖਾਉਂਦੀ ਹੈ। ਇਹ ਸਮਾਜਿਕ ਸੰਰਚਨਾ ਦੀ ਹੀ ਇੱਕ ਉਪ ਸੰਰਚਨਾ ਹੈ ਜਿਸ ਦੀਆਂ ਇਕਾਈਆਂ ਵੱਖ-ਵੱਖ ਸਥਿਤੀਆਂ ਉੱਤੇ ਆਪ ਮਨੁੱਖ ਖੁਦ ਹੈ। ਇਹ ਸਮਾਜਿਕ ਇਕਾਈਆਂ ਮਨੁੱਖ ਦਾ ਜੀਵਨੀ ਰੂਪ ਹੀ ਨਹੀਂ ਬਲਕਿ ਸਮਾਜਿਕ ਮਨੁੱਖ ਵੀ ਬਣਾਉਂਦੀਆਂ ਹਨ, ਜਿਹੜੇ ਇੱਕ ਦੂਜੇ ਨਾਲ ਸਮਾਜਿਕ ਸੰਬੰਧਾਂ ਕਰਕੇ ਬੰਝੇ ਹੋਏ ਹੁੰਦੇ ਹਨ ਅਤੇ ਆਪਸ ਵਿੱਚ ਵਿਸ਼ੇਸ਼ ਨਿਯਮਾਂ ਅਨੁਸਾਰ ਕਿਰਿਆ ਅਤੇ ਪ੍ਰਤੀਕਿਰਿਆ ਕਰਦੇ ਹਨ। ਆਪਸੀ ਵਿਸ਼ੇਸ਼ ਨਿਯਮਾਂ ਅਨੁਸਾਰ ਕਿਰਿਆ ਅਤੇ ਪ੍ਰਤੀਕਿਰਿਆ ਕਰਨ ਦੀ ਬਾਰੇ ਵੀ ਬਰਾਊਨ ਨੇ ਗੱਲ ਕੀਤੀ ਆ, ਉਹ ਅਸੀਂ ਉਹਦੇ ਅਗਲੇ ਕਨਸੈਪਟ ਕਿਨਸ਼ਿਪ ਵਿੱਚ ਦੇਖਾਂਗੇ। ਇਹਨਾਂ ਵੱਖ-ਵੱਖ ਸਥਿਤੀਆਂ ਵਿੱਚ ਮੌਜੂਦ ਵੱਖ-ਵੱਖ ਵਿਅਕਤੀ ਵਿਸ਼ੇਸ਼ ਰਿਸ਼ਤੇਦਾਰੀ ਸੰਬੰਧਾਂ ਰਾਹੀਂ ਬੰਝੇ ਹੁੰਦੇ ਹਨ। ਇਸ ਨੂੰ ਹੀ ਬਰਾਊਨ ਨੇ ਸਮਾਜਿਕ ਸੰਰਚਨਾ ਕਿਹਾ ਹੈ। ਬਰਾਊਨ ਦੇ ਅਨੁਸਾਰ ਸਮਾਜਿਕ ਸੰਰਚਨਾ ਸਥਿਰ ਨਹੀਂ ਰਹਿੰਦੀ, ਭਾਵ ਇੱਕੋ ਜਿਹੀ ਨਹੀਂ ਰਹਿੰਦੀ। ਇਸ ਵਿੱਚ ਨਿਰੰਤਰ ਪਰਿਵਰਤਨ ਹੁੰਦਾ ਰਹਿੰਦਾ ਹੈ। ਸਮਾਜਿਕ ਸੰਰਚਨਾ ਦੀ ਗਤੀਸ਼ੀਲਤਾ ਨੂੰ ਸਪਸ਼ਟ ਕਰਨ ਦੇ ਲਈ ਬਰਾਊਨ ਨੇ ਇੱਕ ਜੀਵ ਦੀ ਉਦਾਹਰਨ ਦਿੱਤੀ ਹੈ। ਉਸ ਦੇ ਅਨੁਸਾਰ ਹਰੇਕ ਜੀਵ ਦਾ ਸਰੀਰ ਆਪਣੇ ਜੀਵਨ ਕਾਲ ਵਿੱਚ ਵੱਖ-ਵੱਖ ਅਵਸਥਾਵਾਂ ਵਿੱਚੋਂ ਹੋ ਕੇ ਨਿਕਲਦਾ ਹੈ। ਇਸ ਪਰਿਵਰਤਨ ਦੇ ਕਾਰਨ ਮਨੁੱਖ ਦੇ ਢਾਂਚੇ, ਉਸ ਦੇ ਹੱਥ, ਕੰਨ, ਪੈਰ ਆਦਿ ਸਰੀਰਕ ਅੰਗਾਂ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਲੇਕਿਨ ਉਸ ਦੀ ਸ਼ਕਤੀ ਹੌਲੀ-ਹੌਲੀ ਖਤਮ ਹੋਣ ਲੱਗ ਪੈਂਦੀ ਹੈ। ਜਿਵੇਂ ਅਸੀਂ ਇੱਕ ਮਨੁੱਖੀ ਸਰੀਰ ਦੀ ਗੱਲ ਕਰੀਏ, ਉਸ ਦੇ ਹੱਥ ਪੈਰਾਂ ਦਾ ਆਕਾਰ ਜਾਂ ਉਸ ਦੇ ਦਿੱਖ ਦੇ ਵਿੱਚ ਉਹਦੇ ਜਿਸ ਤਰ੍ਹਾਂ ਦਾ ਦਿਖਦਾ ਹੈ ਉਸ ਤਰ੍ਹਾਂ ਦੇ ਦਿਖਦੇ ਰਹਿੰਦੇ ਆ। ਜਦੋਂ ਇੱਕ ਛੋਟਾ ਬੱਚਾ ਹੁੰਦਾ ਹੈ ਉਦੋਂ ਉਹ ਹੋਰ ਤਰੀਕੇ ਨਾਲ ਫੰਕਸ਼ਨਿੰਗ ਹੁੰਦੀ ਹੈ, ਜਿਵੇਂ ਜਿਵੇਂ ਵੱਡਾ ਹੁੰਦਾ ਹੈ ਉਸ ਤਰੀਕੇ ਨਾਲ ਉਹਦੇ ਹੱਥ ਤਾਂ ਉਸੇ ਤਰ੍ਹਾਂ ਰਹਿੰਦੇ ਨੇ, ਪਰੰਤੂ ਉਹਦਾ ਸਰੀਰ ਜਿਹੜਾ ਹੈਗਾ ਉਹ ਕਮਜ਼ੋਰ ਹੋਣ ਲੱਗ ਜਾਂਦਾ ਹੈ, ਹੌਲੀ-ਹੌਲੀ ਖਤਮ ਹੋਣ ਲੱਗ ਜਾਂਦਾ ਹੈ। ਇਸ ਤਰ੍ਹਾਂ ਆਮ ਸੰਰਚਨਾ ਤਾਂ ਸਥਾਈ ਹੈ, ਲੇਕਿਨ ਉਸ ਦੇ ਵੱਖ-ਵੱਖ ਅੰਗਾਂ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ। ਇਸੇ ਤਰ੍ਹਾਂ ਸਮਾਜਿਕ ਸੰਰਚਨਾ ਦੇ ਬੁਨਿਆਦੀ ਤੱਤ ਨਹੀਂ ਬਦਲਦੇ, ਲੇਕਿਨ ਇਸ ਦੇ ਅੰਤਰਗਤ ਮਨੁੱਖ ਬਦਲਦੇ ਰਹਿੰਦੇ ਹਨ। ਭਾਵ ਸਮਾਜ ਦੀ ਸੰਰਚਨਾ ਤਾਂ ਕਾਇਮ ਰਹਿੰਦੀ ਹੈ, ਪਰ ਮਨੁੱਖ ਉੱਥੇ ਬਦਲਦੇ ਰਹਿੰਦੇ ਨੇ। ਕੁਝ ਲੋਕ ਉਹਨਾਂ ਵਿੱਚੋਂ ਮਰ ਜਾਂਦੇ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ, ਉਹਨਾਂ ਦੀ ਥਾਂ 'ਤੇ ਨਵੇਂ ਜਿਹੜੇ ਪੈਦਾ ਹੋ ਜਾਂਦੇ ਨੇ। ਇਸ ਤਰ੍ਹਾਂ ਸਮਾਜ ਦੀ ਸੰਰਚਨਾ ਵਿੱਚ ਮਨੁੱਖ ਬਦਲਦੇ ਰਹਿੰਦੇ ਨੇ। ਕੁਝ ਮਨੁੱਖ ਜਗ੍ਹਾ ਬਦਲ ਲੈਂਦੇ ਹਨ, ਨੌਜਵਾਨ ਵਿਅਕਤੀ ਬੁੱਢੇ ਹੋ ਜਾਂਦੇ ਹਨ, ਅਮੀਰ ਗਰੀਬ ਹੋ ਜਾਂਦੇ ਹਨ। ਇਹਨਾਂ ਇਕਾਈਆਂ ਵਿੱਚ ਪਰਿਵਰਤਨ ਦੇ ਬਾਵਜੂਦ
ਵੀ ਮੌਲਿਕ ਸਮਾਜਿਕ ਸੰਰਚਨਾ ਵਿੱਚ ਪਰਿਵਰਤਨ ਨਹੀਂ ਹੁੰਦਾ। ਇਸ ਨੂੰ ਹੋਰ ਸਪਸ਼ਟ ਕਰਨ ਦੇ ਲਈ ਬਰਾਊਨ ਨੇ ਸਮਾਜਿਕ ਸੰਰਚਨਾ ਦੀਆਂ 2 ਕਿਸਮਾਂ ਦਾ ਵਰਣਨ ਕੀਤਾ ਹੈ। ਨੰਬਰ 1, ਸਧਾਰਨ ਸਮਾਜਿਕ ਸੰਰਚਨਾ ਦਾ ਸੰਬੰਧ ਵਿਵਹਾਰ ਦੇ ਨਿਯਮਾਂ ਨਾਲ ਹੈ। ਨੰਬਰ 2, ਵਾਸਤਵਿਕ ਸੰਰਚਨਾ। ਵਾਸਤਵਿਕ ਸੰਰਚਨਾ ਦਾ ਸੰਬੰਧ ਸਮਾਜ ਦੇ ਵਿਅਕਤੀਆਂ ਜਾਂ ਉਹਨਾਂ ਇਕਾਈਆਂ ਨਾਲ ਹੈ ਜਿਹੜੇ ਸੰਰਚਨਾ ਨੂੰ ਬਣਾਉਂਦੇ ਹਨ। ਵਾਸਤਵਿਕ ਸੰਰਚਨਾ ਵਿੱਚ ਨਿਰੰਤਰ ਪਰਿਵਰਤਨ ਹੁੰਦਾ ਰਹਿੰਦਾ ਹੈ। ਮਨੁੱਖ ਜਨਮ ਲੈਂਦੇ ਹਨ ਅਤੇ ਮਰ ਜਾਂਦੇ ਹਨ। ਜਵਾਨ ਵਿਅਕਤੀ ਬੁੱਢੇ ਹੋ ਜਾਂਦੇ ਹਨ। ਲੇਕਿਨ ਇਸ ਰਚਨਾ ਦਾ ਮੂਲ ਆਧਾਰ ਉਹ ਹੀ ਰਹਿਣਗੇ। ਲੇਕਿਨ ਬਰਾਊਨ ਦੇ ਅਨੁਸਾਰ ਯੁੱਧ, ਕ੍ਰਾਂਤੀ ਅਤੇ ਹੋਰ ਕਈ ਕਾਰਨਾਂ ਕਰਕੇ ਸਧਾਰਨ ਸੰਰਚਨਾ ਵਿੱਚ ਵੀ ਪਰਿਵਰਤਨ ਹੋ ਜਾਂਦਾ ਹੈ, ਪਰ ਇਹ ਬਹੁਤ ਘੱਟ ਹੁੰਦਾ ਹੈ। ਇਹ ਕੁਝ ਸਪੈਸੀਫਿਕ ਕੰਡੀਸ਼ਨ ਹੁੰਦੀਆਂ ਨੇ ਜਦੋਂ ਸਮਾਜ ਦੀ ਸਧਾਰਨ ਜਾਂ ਮੂਲ ਸੰਰਚਨਾ ਵਿੱਚ ਪਰਿਵਰਤਨ ਹੁੰਦਾ ਹੈ। ਬਰਾਊਨ ਨੇ ਸਮਾਜਿਕ ਸੰਰਚਨਾ ਦੇ ਭੂਗੋਲਿਕ ਪਹਿਲੂ 'ਤੇ ਵੀ ਜ਼ੋਰ ਦਿੱਤਾ ਹੈ। ਉਸ ਦੇ ਅਨੁਸਾਰ ਆਧੁਨਿਕ ਸਮੇਂ ਵਿੱਚ ਆਵਾਜਾਈ ਅਤੇ ਸੰਚਾਰ ਦੇ ਵਿਕਾਸ ਹੋਣ ਦੇ ਕਾਰਨ ਵੱਖ-ਵੱਖ ਸਮਾਜ ਇੱਕ ਦੂਜੇ ਤੋਂ ਅਲੱਗ-ਅਲੱਗ ਨਹੀਂ ਹਨ, ਬਲਕਿ ਉਹ ਇੱਕ ਦੂਜੇ ਦੇ ਨਜ਼ਦੀਕੀ ਸੰਪਰਕ ਵਿੱਚ ਹਨ। ਲੇਕਿਨ ਇਸ ਦੇ ਬਾਵਜੂਦ ਵੀ ਹਰੇਕ ਸਮਾਜ ਦਾ ਇੱਕ ਭੂਗੋਲਿਕ ਆਧਾਰ ਹੁੰਦਾ ਹੈ ਜੋ ਕਿ ਸਮਾਜਿਕ ਸੰਰਚਨਾ ਨੂੰ ਪ੍ਰਭਾਵਿਤ ਕਰਦਾ ਹੈ। ਬਰਾਊਨ ਦੇ ਅਨੁਸਾਰ ਜਦੋਂ ਅਸੀਂ 2 ਵੱਖ-ਵੱਖ ਸਮਾਜਾਂ ਦਾ ਤੁਲਨਾਤਮਕ ਅਧਿਐਨ ਕਰਦੇ ਹਾਂ ਤਾਂ ਅਸੀਂ ਉਹਨਾਂ ਦੇ ਸਥਾਨਿਕ ਪਹਿਲੂਆਂ ਜਿੱਥੇ ਲੋਕ ਵਸੇ ਹੋਏ ਹਨ ਦਾ ਨਿਰਾਦਰ ਨਹੀਂ ਕਰ ਸਕਦੇ। ਬਰਾਊਨ ਦੀ ਸਮਾਜਿਕ ਸੰਰਚਨਾ ਦੀ ਵਿਆਖਿਆ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਅਸੀਂ ਗੱਲ ਕਰਦੇ ਹਾਂ। ਕਿਹੜੀਆਂ ਵਿਸ਼ੇਸ਼ਤਾ ਨੇ ਸਮਾਜਿਕ ਸੰਰਚਨਾ ਦੀਆਂ ਬਰਾਊਨ ਦੇ ਅਨੁਸਾਰ? ਨੰਬਰ 1, ਸਮਾਜਿਕ ਸੰਰਚਨਾ ਨੂੰ ਨਿਰਮਾਣ ਕਰਨ ਵਾਲੀ ਇਕਾਈ ਮਨੁੱਖ ਖੁਦ ਹੈ, ਭਾਵ ਸਮਾਜਿਕ ਸੰਰਚਨਾ ਨੂੰ ਮਨੁੱਖ ਖੁਦ ਬਣਾਉਂਦਾ ਹੈ। ਨੰਬਰ 2, ਸਮਾਜਿਕ ਸੰਰਚਨਾ ਦਾ ਸੰਬੰਧ ਮਨੁੱਖ ਦੇ ਜੀਵ ਵਿਗਿਆਨਿਕ ਰੂਪ ਨਾਲ ਨਹੀਂ ਹੈ, ਬਲਕਿ ਉਹਨਾਂ ਸਮਾਜਿਕ ਸੰਬੰਧਾਂ ਨਾਲ ਹੈ ਜਿਹੜੇ ਵੱਖ-ਵੱਖ ਵਿਅਕਤੀਆਂ ਨੂੰ ਇੱਕ ਦੂਜੇ ਨਾਲ ਬੰਨ੍ਹਦੇ ਹਨ। ਨੰਬਰ 3, ਸਮਾਜਿਕ ਸੰਰਚਨਾ ਇੱਕ ਸਮਾਜਿਕ ਵਿਵਸਥਾ ਹੈ ਜਿਸ ਵਿੱਚ ਹਰੇਕ ਵਿਅਕਤੀ ਦੀ ਵਿਸ਼ੇਸ਼ ਸਥਿਤੀ ਹੁੰਦੀ ਹੈ ਅਤੇ ਉਹ ਉਸ ਸਥਿਤੀ ਦੇ ਅਨੁਸਾਰ ਹੀ ਸਲੂਕ ਕਰਦਾ ਹੈ, ਵਿਵਹਾਰ ਕਰਦਾ ਹੈ, ਉਸ ਦਾ ਜੀਵਨ ਹੁੰਦਾ ਹੈ। ਹਰੇਕ ਸਮਾਜਿਕ ਸੰਰਚਨਾ ਵਿੱਚ ਹੋਰ ਉਪ ਸੰਰਚਨਾਵਾਂ ਵੀ ਹੁੰਦੀਆਂ ਹਨ। ਚੌਥੀ ਵਿਸ਼ੇਸ਼ਤਾ, ਸਮਾਜਿਕ ਸੰਰਚਨਾ ਦੀਆਂ ਮੁੱਖ 2 ਕਿਸਮਾਂ ਹਨ, ਵਾਸਤਵਿਕ ਸਮਾਜਿਕ ਸੰਰਚਨਾ ਅਤੇ ਸਧਾਰਨ ਸਮਾਜਿਕ ਸੰਰਚਨਾ। ਵਾਸਤਵਿਕ ਸਮਾਜਿਕ ਸੰਰਚਨਾ ਬਦਲਦੀ ਰਹਿੰਦੀ ਹੈ, ਲੇਕਿਨ ਸਧਾਰਨ ਸਮਾਜਿਕ ਸੰਰਚਨਾ ਵਿੱਚ ਪਰਿਵਰਤਨ ਉਨੀ ਤੇਜ਼ ਗਤੀ ਨਾਲ ਨਹੀਂ ਹੁੰਦਾ। ਪਰੰਤੂ ਕਈ ਵਾਰ ਯੁੱਧ, ਕ੍ਰਾਂਤੀ ਆਦਿ ਦੇ ਕਾਰਨ ਸਮਾਜਿਕ ਸੰਰਚਨਾ ਵੀ ਬਦਲ ਜਾਂਦੀ ਹੈ। ਸਧਾਰਨ ਸੰਰਚਨਾ ਦਾ ਸੰਬੰਧ ਸੰਰਚਨਾ ਦੇ ਆਧਾਰਭੂਤ ਸਰੂਪ ਨਾਲ ਹੁੰਦਾ ਹੈ। ਪੰਜਵੀਂ ਵਿਸ਼ੇਸ਼ਤਾ, ਹਰੇਕ ਸਮਾਜਿਕ ਸੰਰਚਨਾ ਦਾ ਅਧਿਐਨ ਉਸ ਦੀਆਂ ਭੂਗੋਲਿਕ ਹਾਲਾਤਾਂ ਦੇ ਸੰਦਰਭ ਵਿੱਚ ਹੀ ਕੀਤਾ ਜਾ ਸਕਦਾ ਹੈ ਜਾਂ ਕਰਨਾ ਚਾਹੀਦਾ ਹੈ। ਭੂਗੋਲਿਕ ਹਾਲਤਾਂ ਪ੍ਰਭਾਵਸ਼ਾਲੀ ਢੰਗ ਨਾਲ ਸਮਾਜਿਕ ਸੰਰਚਨਾ ਨੂੰ ਪ੍ਰਭਾਵਿਤ ਕਰਦੀਆਂ ਹਨ। ਬਰਾਊਨ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਕੋਈ ਵੀ ਸਮਾਜ ਸੰਸਾਰ ਦੇ ਦੂਜੇ ਸਮਾਜਾਂ ਨਾਲੋਂ ਪੂਰੀ ਤਰ੍ਹਾਂ ਵੱਖ ਨਹੀਂ ਹੁੰਦਾ, ਲੇਕਿਨ ਹਰੇਕ ਸਮਾਜ ਦਾ ਸਥਾਨਿਕ ਪਹਿਲੂ ਵੀ ਹੁੰਦਾ ਹੈ ਜਿਹੜਾ ਉਸਨੂੰ ਹੋਰਨਾਂ ਸਮਾਜਾਂ ਨਾਲੋਂ ਵੱਖ ਕਰਦਾ ਹੈ। ਇਹ ਤਾਂ ਸੀਗਾ ਸਮਾਜਿਕ ਸੰਰਚਨਾ ਦਾ ਸਿਧਾਂਤ ਬਰਾਊਨ ਦਾ। ਉਸ ਦੇ ਵਿੱਚ ਬਰਾਊਨ ਨੇ ਸਮਾਜ ਨੂੰ ਮਨੁੱਖੀ ਸਰੀਰ ਦੀ ਤਰ੍ਹਾਂ ਦੱਸਿਆ ਅਤੇ ਸਮਾਜ ਦੀ ਸੰਰਚਨਾ ਜਦੋਂ ਹੁੰਦੀ ਹੈ ਤਾਂ ਉਹਦਾ ਮੁੱਖ ਆਧਾਰ ਮਨੁੱਖ ਹੈ। ਉਹ ਆਪ ਹੀ ਸਮਾਜ ਦੀ ਸੰਰਚਨਾ ਨੂੰ ਬਣਾਉਂਦਾ ਹੈ ਜਾਂ ਸਮਾਜਿਕ ਸੰਰਚਨਾ ਨੂੰ ਬਣਾਉਂਦਾ ਹੈ। ਅਗਲੇ ਲੈਕਚਰ ਦੇ ਵਿੱਚ ਅਸੀਂ ਨੈਕਸਟ ਕੰਸੈਪਟ ਕਵਰ ਕਰਾਂਗੇ, ਕਿਨਸ਼ਿਪ ਸਿਸਟਮ। ਜੇਕਰ ਲੈਕਚਰ ਸਮਝ ਆ ਰਹੇ ਨੇ, ਤੁਹਾਡੀ ਹੈਲਪ ਹੋ ਰਹੀ ਹੈ ਤਾਂ ਪਲੀਜ਼ ਆਪਣੇ ਕਲਾਸਮੇਟਸ ਦੇ ਨਾਲ ਲੈਕਚਰ ਜਿਹੜੇ ਹੈਗੇ ਨੇ ਉਹ ਸ਼ੇਅਰ ਕਰਿਆ ਕਰੋ। ਥੈਂਕ ਯੂ।